ਸਤਿਕਾਰਯੋਗ ਗੁਰਬਾਣੀ ਪ੍ਰੇਮੀਆਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਗਿਆਨੀ ਸਰਵਣ ਸਿੰਘ UK ਦੇ ਸ਼ਹਿਰ ਕੋਵੈਂਟਰੀ ਤੋਂ ਆਪ ਜੀ ਨੂੰ ਮੁਖਾਤਬ ਹੋ ਰਿਹਾ ਹੈ। ਆਪ ਜੀ ਨੂੰ ਸੂਚਿਤ ਕਰਦੇ ਹਾਂ ਕਿ ਅੱਜ 31 ਅਕਤੂਬਰ 2024 ਨੂੰ ਆਪਾਂ ਵਿਸ਼ੇਸ਼ ਪ੍ਰੋਗਰਾਮ ਪ੍ਰਾਰੰਭ ਕਰ ਰਹੇ ਹਾਂ। ਉਹ ਹੈ ਗੁਰਬਾਣੀ ਪ੍ਰਚਾਰ, ਗੁਰਬਾਣੀ ਪ੍ਰਸਾਰ ਦਾ। ਇਸ ਦੇ ਦੋ ਹਿੱਸੇ ਹਨ। ਪਹਿਲਾ ਹੈ ਅਕੱਥ ਕਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਸੰਖੇਪ ਵਿੱਚ ਸੰਪੂਰਨ ਕਥਾ ਕਰਨ ਦਾ ਯਤਨ ਪ੍ਰਾਰੰਭ ਕਰ ਰਹੇ ਹਾਂ। ਦੂਸਰਾ ਹੈ ਗੁਰਬਾਣੀ ਦੇ ਪਾਠ, ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪੂਰਨ ਬਾਣੀ ਦਾ ਪਾਠ ਹੌਲੀ ਹੌਲੀ ਰਿਕਾਰਡ ਕਰਕੇ ਆਪ ਜੀ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ। ਸਭ ਤੋਂ ਪਹਿਲਾ ਧੰਨਵਾਦ ਹੈ ਨਿਰੰਕਾਰ ਦਾ, ਜਿਸ ਨੇ ਸਾਰੇ ਵਸੀਲੇ ਬਣਾਏ, ਮਨੁੱਖਾ ਜੀਵਨ ਦਿੱਤਾ, ਇਸ ਪਾਸੇ ਵੱਲ ਲਾਇਆ। ਇਸ ਤੋਂ ਬਾਅਦ ਮੈਂ ਕੁਝ ਵਿਸ਼ੇਸ਼ ਵਿਅਕਤੀਆਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਸ਼ੁਰੂਆਤ ਵਿੱਚ ਹੀ, ਜਿਨ੍ਹਾਂ ਨੇ ਪ੍ਰੇਰਨਾ ਕੀਤੀ ਔਰ ਹੱਥੀਂ ਵੀ ਸੇਵਾ ਕੀਤੀ ਦਫ਼ਤਰ ਸੈਟਅਪ ਕਰਨ ਵਿੱਚ, ਸਟੂਡੀਓ ਸੈਟਅਪ ਕਰਨ ਵਿੱਚ। ਸਭ ਤੋਂ ਪਹਿਲਾਂ ਪ੍ਰੇਰਨਾ ਦੇ ਸਰੋਤ ਬਣੇ ਸਰਦਾਰ ਗਿਆਨ ਸਿੰਘ, ਬੀਬੀ ਜਸਬੀਰ ਕੌਰ ਜੀ, ਬ੍ਰੇਮਨ, ਜਰਮਨੀ ਤੋਂ। ਉਹਨਾਂ ਹਮੇਸ਼ਾ ਹੀ ਗੁਰਬਾਣੀ ਪ੍ਰਚਾਰ ਵਿੱਚ ਮੇਰੇ ਨਾਲ ਬੜਾ ਹਿੱਸਾ ਪਾਇਆ ਹੈ। ਜਿੰਨੀ ਦਾਸ ਨੇ ਗੁਰਬਾਣੀ ਦੀ ਕਥਾ ਰਿਕਾਰਡ ਕੀਤੀ ਸੀ, ਉਹ ਸਾਰੀ ਦੀਆਂ MP3 ਬਣਾ ਕੇ ਮੁਫਤ ਹਜ਼ਾਰਾਂ ਦੀ ਤਾਦਾਦ ਵਿੱਚ ਵੰਡੀਆਂ ਨੇ। ਫਿਰ ਉਹਨਾਂ ਦੀ ਪ੍ਰੇਰਣਾ ਨਾਲ ਹੀ ਦਾਸ ਨੇ ਇੱਕ ਪੁਸਤਕ ਲਿਖੀ, ਧੰਨ ਨਾਨਕ ਤੇਰੀ ਵੱਡੀ ਕਮਾਈ, ਜਿਸ ਵਿੱਚ ਸਿੱਧ ਗੋਸ਼ਟ ਦੀ ਵਿਚਾਰ ਕੀਤੀ ਗਈ ਹੈ, ਲਿਖੀ ਗਈ ਹੈ। ਉਹ ਵੀ ਉਹਨਾਂ ਨੇ ਆਪਣੇ ਖਰਚੇ 'ਤੇ ਛਪਵਾ ਕੇ ਸੰਗਤਾਂ ਵਿੱਚ ਮੁਫਤ ਵੰਡੀ। ਮੈਂ ਬਹੁਤ ਧੰਨਵਾਦੀ ਹਾਂ। ਇਹ ਪ੍ਰੇਰਣਾ ਵੀ ਉਹਨਾਂ ਨੇ ਹੀ ਕੀਤੀ ਕਿ ਐਸਾ ਉਪਰਾਲਾ ਵੀ ਕੀਤਾ ਜਾਏ। ਵਾਹਿਗੁਰੂ ਪਰਿਵਾਰ 'ਤੇ ਮਿਹਰ ਭਰਿਆ ਹੱਥ ਬਣਾਈ ਰੱਖੇ। ਇਸ ਤੋਂ ਇਲਾਵਾ ਜਿਸ ਵੇਲੇ ਸਟੂਡੀਓ ਸੈਟਅਪ ਕਰਨਾ ਸੀ, ਆਫਿਸ ਸੈਟਅਪ ਕਰਨਾ ਸੀ, ਮੈਂ ਕੋਈ ਟੈਕਨੀਕਲ ਆਦਮੀ ਨਹੀਂ, ਮੈਨੂੰ ਸਹਾਇਤਾ ਦੀ ਜ਼ਰੂਰਤ ਸੀ। ਮੇਰੇ ਮਿੱਤਰ ਜੋ ਹੇਅਰ ਸਾਹਿਬ, ਜੋ ਇਨਡੋਰ ਮਾਰਕੀਟ, ਫੌਜ਼ਲ ਰੋਡ, ਕੋਵੈਂਟਰੀ, ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਸਮਾਂ ਕੱਢ ਕੇ ਕਾਰੋਬਾਰ ਵਿੱਚੋਂ ਮੇਰੇ ਨਾਲ ਹੱਥ ਵਟਾਇਆ। ਭੈਣ ਜੀ ਗੁਰਪ੍ਰੀਤ ਕੌਰ ਜੀ ਦਾ ਵੀ ਧੰਨਵਾਦੀ ਹਾਂ, ਜਿਨ੍ਹਾਂ ਨੇ ਪਿੱਛੋਂ ਕਾਰੋਬਾਰ ਸੰਭਾਲਿਆ ਅਤੇ ਭਾਜੀ ਨੂੰ ਇੱਕ ਵਾਰੀ ਵੀ ਰੋਕਿਆ ਨਹੀਂ ਕਿ ਤੁਸੀਂ ਕਾਰੋਬਾਰ ਛੱਡ ਕੇ ਅਤੇ ਸਮਾਂ ਉੱਧਰ ਲਾ ਰਹੇ ਹੋ। ਬਹੁਤ ਧੰਨਵਾਦ ਹੇਅਰ ਪਰਿਵਾਰ ਦਾ, ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਫਿਰ ਵਿਸ਼ੇਸ਼ ਤੌਰ 'ਤੇ ਮੇਰੀ ਸਹਾਇਤਾ ਵਿੱਚ ਹੱਥ ਵਟਾਇਆ ਸਰਦਾਰ ਮਨਦੀਪ ਸਿੰਘ ਜੀ ਸਹੋਤਾ, ਬੀਬੀ ਹਰਮਿੰਦਰ ਕੌਰ ਸਹੋਤਾ, ਜੋ ਕਿ ਅਕਾਊਂਟੈਂਟ ਨੇ, ਉਹਨਾਂ ਦਾ ਬੇਟਾ ਜੀਵਨਜੋਤ ਸਿੰਘ ਸਹੋਤਾ। ਹਾਲਾਂਕਿ ਦਫ਼ਤਰ ਦਾ ਕੰਮ ਸੰਭਾਲਣ ਵਿੱਚ ਅੱਜ ਕੱਲ੍ਹ ਕਾਫੀ ਜ਼ਿੰਮੇਵਾਰੀ ਉਹਨਾਂ ਦੀ ਸੀ, ਪਰ ਮਾਤਾ ਪਿਤਾ ਨੇ ਵੀ ਇਜਾਜ਼ਤ ਦਿੱਤੀ ਔਰ ਬੱਚੇ ਜੀਵਨਜੋਤ ਸਿੰਘ ਨੇ ਉੱਦਮ ਕੀਤਾ, ਸਮਾਂ ਕੱਢ ਕੇ ਮੇਰਾ ਭਰਪੂਰ ਸਹਿਯੋਗ ਦਿੱਤਾ। ਮੈਂ ਬਹੁਤ ਧੰਨਵਾਦੀ ਹਾਂ। ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ, ਪਰਿਵਾਰ 'ਤੇ ਮਿਹਰ ਭਰਿਆ ਹੱਥ ਬਣਾਈ ਰੱਖਣ। ਕਿਰਨਪਾਲ ਸਿੰਘ ਜੀ ਨੇ ਲੈਸਟਰ ਤੋਂ ਆ ਕੇ ਸਾਡਾ ਹੱਥ ਵਟਾਇਆ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਮਿਹਰ ਰੱਖੇ। ਹੁਣ ਆਪਾਂ ਅੱਜ ਦੇ ਇਸ ਐਪੀਸੋਡ ਵਿੱਚ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਸੰਖੇਪ ਵਿੱਚ ਵਿਚਾਰ ਕਰਨ ਦਾ ਯਤਨ ਕਰਦੇ ਹਾਂ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਸ ਵੇਲੇ ਇਸ ਮੰਗਲ ਦਾ ਪ੍ਰਾਰੰਭ ਕੀਤਾ, ਉਹਨਾਂ ਨੇ ਅੰਕਾਂ ਵਿੱਚੋਂ ਪਹਿਲਾ ਅੰਕ ਲਿਆ ਅਤੇ ਗੁਰਮੁਖੀ ਲਿਪੀ ਵਿੱਚੋਂ ਪਹਿਲਾ ਅੱਖਰ ਲਿਆ। ਸੱਚ ਹੈ, ਜੇ ਬੁਨਿਆਦ ਨਾ ਹੋਵੇ ਤਾਂ ਮਹੱਲ ਨਹੀਂ ਉਸਰਿਆ ਕਰਦੇ। ਇਹ ਬੁਨਿਆਦ ਨੇ ਇੱਕ ਲਿਪੀ ਦੀ, ਦੂਸਰਾ ਅੰਕਾਂ ਦਾ। ਇੱਕ ਨੂੰ ਕੋਈ ਛੋਟਾ ਮਤ ਸਮਝੇ। ਇੱਕ ਨਾ ਹੋਵੇ ਤਾਂ ਦੋ ਨਹੀਂ ਹੋ ਸਕਦੇ। ਦੋ ਤਾਂ ਇੱਕ ਪਾਸੇ ਅਸੀਂ ਵੱਡਾ ਅੰਕ 9 ਦਾ ਗਿਣਦੇ ਹਾਂ, ਉਹ ਵੀ ਨਹੀਂ ਹੋ ਸਕਦਾ। ਇੱਕ ਇੱਕ ਜੁੜ ਕੇ ਹੀ 2 3 4 5 ਅਤੇ ਇਉਂ ਗਿਣਤੀ ਅਗਾਂਹ ਵੱਧਦੀ ਹੈ। ਇੱਕ ਦਾ ਦੂਜਾ ਇੱਕ ਭਾਵ ਹੁੰਦਾ ਹੈ ਕਿ ਜਿਸ ਦੇ ਮੁਕਾਬਲੇ ਦੂਸਰਾ ਨਹੀਂ, ਲਾਸਾਨੀ। ਜਿਵੇਂ ਏਕਾ ਆਪਣੇ ਆਪ ਵਿੱਚ ਯੂਨੀਕ ਹੈ, ਇਹੀ ਜੁੜਦੇ ਜਾਣ ਤਾਂ ਅੱਗੇ ਦੀਆਂ ਫਿਗਰਸ ਬਣਦੀਆਂ ਹਨ। ਇਉਂ ਹੀ ਨਿਰੰਕਾਰ ਯੂਨੀਕ ਹੈ,
ਉਹ ਬੁਨਿਆਦ ਹੈ, ਉਹ ਮੁੱਢ ਹੈ ਸਾਰੇ ਸੰਸਾਰ ਦਾ। ਜਦ ਓਅੰਕਾਰ ਲਿਖਿਆ ਗਿਆ, ਉਸ ਵਿੱਚ ਵੀ ਪਹਿਲਾ ਅੱਖਰ ਗੁਰਮੁਖੀ ਲਿਪੀ ਦਾ ਸਤਿਗੁਰੂ ਜੀ ਨੇ ਇਸਤੇਮਾਲ ਕੀਤਾ। ਊੜੇ ਦੀ ਮਹਾਨਤਾ ਵੀ ਆਪਣੀ ਹੀ ਹੈ, ਉਹ ਵੀ ਖਬਰ ਨਿਰੰਕਾਰ ਦੀ ਹੀ ਦਿੰਦਾ ਹੈ। ਉਹ ਕਿਵੇਂ? ਅਸੀਂ ਗੁਰਬਾਣੀ ਵਿੱਚ ਬਾਰ-ਬਾਰ ਪੜ੍ਹਦੇ ਹਾਂ ਕਿ ਕੋਈ ਸਮਾਂ ਸੀ ਜਦ ਪ੍ਰਕਿਰਤੀ ਦੀ ਕੋਈ ਰਚਨਾ ਨਹੀਂ ਸੀ ਹੋਈ। ਨਿਰੰਕਾਰ ਉਸ ਵੇਲੇ ਵੀ ਸੀ, ਪਰ ਸੀ ਸੁੰਨ ਅਫੁਰ ਅਵਸਥਾ ਵਿੱਚ। ਫਿਰ ਉਸਨੇ ਫੁਰਨਾ ਫੁਰਿਆ, ਮੂੰਹ ਖੋਲ੍ਹਿਆ, ਬਚਨ ਕੀਤਾ, ਤਾਂ ਏਕੋ ਕਵਾਉ ਤੋਂ ਸਾਰਾ ਪਸਾਰਾ ਬਣਾ ਦਿੱਤਾ। ਤੁਸੀਂ ਜਿਸ ਵੇਲੇ ਅੱਖਰਾਂ ਨੂੰ ਲਿਖੋਗੇ, ਲਕੀਰਾਂ ਵਾਲੀ ਕਾਪੀ ਲੈ ਕੇ ਕਦੇ ਯਤਨ ਕਰਨਾ, ਜੇ ਪਹਿਲੇ ਖਿਆਲ ਨਾ ਕੀਤਾ ਹੋਵੇ ਤਾਂ ਲਕੀਰ ਦੇ ਉੱਪਰ ਕੋਈ ਅੱਖਰ ਜਾਂਦਾ ਹੈ ਤਾਂ ਉਹ ਕੇਵਲ ਊੜਾ ਹੈ। ਬਾਕੀ ਦੇ ਸਾਰੇ ਅੱਖਰ ਲਕੀਰ ਤੋਂ ਲੈ ਕੇ ਹੇਠਾਂ ਹੇਠਾਂ ਰਹਿੰਦੇ ਹਨ। ਪਰਮਾਤਮਾ ਸਭ ਤੋਂ ਵੱਡਾ ਹੈ। ਫਿਰ ਇੱਕ ਹੀ ਹੈ ਇਹ ਅੱਖਰ, ਜੇ ਇਹ ਆਪਣਾ ਮੂੰਹ ਆਪ ਨਾ ਖੋਲੇ ਜਾਂ ਇਸ ਦੇ ਪੈਰੀਂ ਕੋਈ ਨਾ ਪੈ ਜਾਏ, ਔਂਕੜ ਜਾਂ ਦਲੈਂਕੜੇ, ਉਹਨਾਂ ਦੀ ਥਾਂ ਚਰਨਾਂ ਵਿੱਚ ਹੈ, ਊੜੇ ਤੋਂ ਹੇਠਾਂ ਹੈ, ਓਨੀ ਦੇਰ ਇਹ ਬੋਲਦਾ ਨਹੀਂ। ਤੁਸੀਂ ਕਿਸੇ ਵੀ ਲਫ਼ਜ਼ ਵਿੱਚ ਊੜਾ ਮੁਕਤਾ ਲਿਖ ਕੇ ਬੁਲਾ ਨਹੀਂ ਸਕਦੇ। ਹਾਂ, ਪੈਰਾਂ ਵਿੱਚ ਕੋਈ ਪੈ ਜਾਏਗਾ ਤਾਂ ਬੋਲੇਗਾ। ਇਹ ਬੜੀ ਵੱਡੀ ਸੂਚਨਾ ਹੈ ਕਿ ਜੇ ਨਿਰੰਕਾਰ ਨਾਲ ਗੱਲਬਾਤ ਕਰਨੀ ਹੈ ਤਾਂ ਝੁਕ ਕੇ ਚਰਨਾਂ ਵਿੱਚ ਡਿੱਗ ਪਓ, ਮਾਲਕ ਬੋਲਦਾ ਹੈ, ਪ੍ਰੇਰਣਾ ਦੇ ਦੇਵੇਗਾ, ਤੁਹਾਨੂੰ ਰਸਤਾ ਦਿਖਾ ਦੇਵੇਗਾ। ਜਾਂ ਆਪਣਾ ਮੂੰਹ ਆਪ ਖੋਲੇ, ਫਿਰ ਉਹ ਆਵਾਜ਼ ਦਿੰਦਾ ਹੈ ਉਹਦੀ। ਫਿਰ ਵੱਡੀ ਗੱਲ, ਸਾਰੇ ਅੱਖਰਾਂ ਦੇ ਉੱਪਰ ਤੁਸੀਂ ਲਗਾ ਮਾਤਰਾ ਲਗਾ ਸਕਦੇ ਹੋ, ਬਰਾਬਰ ਲਗਾ ਸਕਦੇ ਹੋ, ਪਰ ਇੱਕ ਊੜਾ ਅੱਖਰ ਅਜਿਹਾ ਹੈ ਜਿਸ ਦੇ ਉੱਪਰ ਕੋਈ ਲਗ ਮਾਤਰਾ ਨਹੀਂ ਲੱਗਦੀ, ਨਾ ਹੋੜਾ, ਨਾ ਕਨੌੜਾ, ਨਾ ਲਾਮ, ਨਾ ਦਲਾਮ। ਨਿਰੰਕਾਰ ਤੋਂ ਉੱਪਰ ਜਿਵੇਂ ਕੋਈ ਨਹੀਂ, ਊੜੇ ਦਾ ਸਥਾਨ ਅੱਖਰਾਂ ਵਿੱਚ ਐਸਾ ਹੈ, ਇਸ ਤੋਂ ਉੱਪਰ ਕੋਈ ਨਹੀਂ, ਬਰਾਬਰ ਵੀ ਕੋਈ ਨਹੀਂ। ਨਾ ਸਿਹਾਰੀ, ਨਾ ਬਿਹਾਰੀ, ਨਾ ਕੰਨਾ, ਤਿੰਨਾਂ ਵਿੱਚੋਂ ਕੋਈ ਨਹੀਂ ਲਗਾ ਸਕਦੇ। ਥਾਂ ਹੈ ਤਾਂ ਕੇਵਲ ਚਰਨਾਂ ਵਿੱਚ। ਊੜਾ ਖਬਰ ਦਿੰਦਾ ਹੈ ਉਸ ਅਕਾਲ ਪੁਰਖ ਦੀ, ਜਿਹਦੇ ਚਰਨਾਂ ਵਿੱਚ ਹੀ ਥਾਂ ਹੈ। ਇਹ ਪੱਕੀ ਗੱਲ ਮਨ ਵਿੱਚ ਵਸਾ ਲਈ ਹੈ। ਹਾਂ, ਬਿੰਦੀ ਨੂੰ ਸਥਾਨ ਦਿੰਦਾ ਹੈ, ਪਰ ਉਹ ਵੀ ਉਸ ਵੇਲੇ ਜਦੋਂ ਕਿ ਚਰਨਾਂ 'ਚ ਡਿੱਗ ਕੇ ਆਪਾ ਮਿਟਾ ਦੇ, ਰਹਿ ਜਾਏ ਇੱਕ ਸਪੋਟ ਹੀ, ਤਾਂ ਉਹਨੂੰ ਆਪਣੇ ਨਾਲ ਬਰਾਬਰ ਬਿਠਾ ਲੈਂਦਾ ਹੈ। ਜੋ ਸਰਣ ਆਵੇ, ਆਇਆ ਚਰਨਾਂ ਵਿੱਚ, ਜੋ ਸਰਣ ਆਵੇ ਤਿਸ ਕੰਠ ਲਾਵੇ, ਉਸ ਨੂੰ ਉਹ ਗਲੇ ਨਾਲ ਲਗਾ ਲੈਂਦਾ ਹੈ। ਇਹ ਹੈ ਖੂਬੀ ਨਿਰੰਕਾਰ ਦੀ। ਉਹ ਇੱਕ ਹੈ, ਲਾਸਾਨੀ ਹੈ, ਉਸ ਦੇ ਬਰਾਬਰ ਕੋਈ ਦੂਜਾ ਨਹੀਂ, ਔਰ ਉਸ ਦੇ ਚਰਨਾਂ ਵਿੱਚ ਪਿਆ ਉਸ ਤੋਂ ਤੁਸੀਂ ਬਹੁਤ ਨਿਮਰਤਾ ਪੂਰਵਕ ਜੁੜ ਕੇ ਆਦੇਸ਼ ਲੈ ਸਕਦੇ ਹੋ। ਪ੍ਰਭੂ ਬੋਲਦਾ ਹੈ, ਪਰ ਚਰਨੀ ਤਾਂ ਪੈਣਾ ਪਏਗਾ। ਉਹ ਇੱਕ ਓਅੰਕਾਰ ਹੈ, ਸਾਰੀ ਸ੍ਰਿਸ਼ਟੀ ਦਾ ਮੁੱਢ ਹੈ, ਉਸ ਦੇ ਮੁਕਾਬਲੇ 'ਤੇ ਕੋਈ ਦੂਜਾ ਨਹੀਂ। ਅਸੀਂ ਅਕਥ ਕਥਾ, ਇਸ ਕਥਾ ਦਾ ਨਾਮ ਤਾਂ ਰੱਖ ਰਹੇ ਹਾਂ ਕਿ ਦੁਨੀਆ ਦੇ ਕਿਸੇ ਸਬਜੈਕਟ 'ਤੇ ਵਿਆਖਿਆ ਕਰੋ, ਵਿਦਵਾਨ ਲੋਕ ਅਖੀਰ ਵਿੱਚ ਲਿਖ ਦਿੰਦੇ ਨੇ ਇਤੀ, ਬਸ ਇੰਨਾ ਕੁਝ ਹੀ ਕਿਹਾ ਜਾ ਸਕਦਾ ਸੀ। ਪਰ ਗੁਰਬਾਣੀ ਦੀ ਵਿਚਾਰ ਵੇਲੇ, ਨਿਰੰਕਾਰ ਦੇ ਗੁਣਾਂ ਦੇ ਵਰਣਨ ਕਰਨ ਵੇਲੇ ਕੋਈ ਕਿੰਨਾ ਚੰਗਾ ਲੈਕਚਰ ਕਿਉਂ ਨਾ ਦਏ, ਕਿੰਨੀ ਚੰਗੀ ਵਿਆਖਿਆ ਕਿਉਂ ਨਾ ਕਰੇ, ਅੰਤ ਵਿੱਚ ਉਸ ਨੂੰ ਆਖਣਾ ਪੈਂਦਾ ਹੈ, ਜਿੰਨਾ ਮੈਂ ਕਿਹਾ ਹੈ ਉਹ ਬਹੁਤ ਥੋੜ੍ਹਾ ਹੈ, ਨਾ ਇਤੀ, ਇੰਨਾ ਨਹੀਂ। ਮੈਂ ਕੌਣ ਹਾਂ? ਹੋਂ ਕਿਆ ਆਖਾਂ ਇੱਕ ਜੀਵ, ਤੇਰਾ ਅੰਤ ਨਾ ਕਿ ਨਹੀਂ ਪਾਇਆ। ਇੱਕ ਜ਼ੁਬਾਨ ਮੇਰੀ ਕੀ ਬਿਆਨ ਕਰ ਲੈਗੀ। ਬਲਕਿ ਗੁਰੂ ਨਾਨਕ ਸਾਹਿਬ ਜੀ ਨੇ ਤਾਂ ਇਉਂ ਕਿਹਾ, ਇੱਕ ਦੂ ਜੀਭੋ ਲੱਖ ਹੋਵੇ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਏ ਏਕ ਨਾਮ ਜਗਦੀਸ਼, ਇਹ ਤਰਾਹ ਪਤ ਪਵੜੀਆਂ ਚੜ੍ਹੀਏ ਹੋਏ ਅਕੀਸ। ਅਤੇ ਇਹ ਸਾਰਾ ਉਪਰਾਲਾ ਕਿੰਨੇ ਕੁ ਮੁੱਲ ਦਾ ਹੈ। ਸੁਣ ਗੱਲਾਂ ਆਕਾਸ਼ ਕੀਟਾਂ ਆਈ ਰੀਸ। ਇਹ ਤਾਂ ਇੰਝ ਹੈ, ਆਕਾਸ਼ ਦੀ ਚਰਚਾ ਸੁਣ ਕੇ ਕੀੜਾ ਕਹੇ ਮੈਂ ਉੱਡਣਾ ਹੈ ਆਕਾਸ਼ ਵਿੱਚ।
ਸੋ ਇਹ ਪਹਿਲੇ ਮੰਨ ਕੇ ਚੱਲਦੇ ਹਾਂ ਕਿ ਅਸੀਂ ਭੁੱਲਣਹਾਰ ਹਾਂ, ਅਲਪੱਗ ਹਾਂ, ਗੁਰਬਾਣੀ ਅਗਾਧ ਬੋਧ ਹੈ, ਪ੍ਰਭੂ ਦੇ ਗੁਣ ਬੇਅੰਤ ਨੇ, ਇਹ ਰਸਨਾ ਪੂਰਨ ਤੌਰ 'ਤੇ ਬਿਆਨ ਨਹੀਂ ਕਰ ਸਕੇਗੀ। ਹਾਂ, ਯਤਨ ਜ਼ਰੂਰ ਕਰਨਾ ਚਾਹੀਦਾ ਹੈ, ਜਿੰਨਾ ਮਾਲਕ ਕਰਵਾ ਦੇਵੇ। ਕੋਈ ਨਾ ਕੋਈ ਸੇਧ ਸਾਨੂੰ ਮਿਲੇਗੀ, ਗੁਰਬਾਣੀ ਦੀ ਵਿਚਾਰ ਵਿੱਚੋਂ ਕੋਈ ਰਸ ਮਿਲੇਗਾ। ਪਰ ਉਹ ਹੈ ਅਕਥ ਕਥਾ, ਉਸ ਇੱਕ ਦੀ ਜਿਹੜਾ ਸਭ ਤੋਂ ਉੱਪਰ ਹੈ, ਜਿਸ ਦੇ ਬਰਾਬਰ ਕੋਈ ਨਹੀਂ। ਤੁਲਨਾ ਕਰਕੇ ਕੀ ਦਸੀਏ। ਉਹ ਆਪਣੇ ਆਪ ਤੋਂ ਪ੍ਰਕਾਸ਼ਮਾਨ ਮਾਲਕ, ਉਸ ਦਾ ਨਾਮ ਸਤ ਹੈ, ਅਟਲ ਹੈ। ਦੁਨੀਆ ਦਾ ਹਰ ਵਿਅਕਤੀ ਚਾਹੁੰਦਾ ਹੈ ਮੇਰਾ ਨਾਮ ਸਦਾ ਰਹੇ, ਪਰ ਕਿਸ ਦਾ ਰਿਹਾ ਹੈ। ਲੋਕ ਧਰਮ ਸਥਾਨਾਂ 'ਤੇ ਵੀ ਪੱਥਰਾਂ 'ਤੇ ਨਾਮ ਲਿਖਾਉਂਦੇ ਨੇ ਕਿ ਇੰਨੀ ਸੇਵਾ ਮੈਂ ਕੀਤੀ। ਸੱਚ ਜਾਣਿਓ, ਇਹ ਕੋਈ ਸਿਆਣਪ ਨਹੀਂ। ਪਹਿਲੀ ਤਾਂ ਗੱਲ ਹੈ, ਧਰਮ ਸਥਾਨ 'ਤੇ ਆਪਾਂ ਮਿਟਾਉਣ ਜਾਣਾ ਹੈ, ਆਪਾਂ ਦਿਖਾਉਣ ਨਹੀਂ। ਦੂਜੀ ਗੱਲ, ਕਿੰਨੀ ਦੇਰ ਇਹ ਪੱਥਰ ਰਹਿਣਗੇ। ਕੱਲ੍ਹ ਪਰਲੋ ਆ ਜਾਏ, ਸਭ ਮਿਟ ਜਾਏਗਾ। ਨਾਮ ਕਿਸੇ ਵਿਅਕਤੀ ਦਾ ਸਥਿਰ ਰਹਿਣ ਵਾਲਾ ਨਹੀਂ। ਕਿਸੇ ਕਵੀ ਨੇ ਸਿਕੰਦਰ ਦੀ ਮਾਂ ਦਾ ਜ਼ਿਕਰ ਕਰਦਿਆਂ ਆਖਿਆ ਸੀ ਕਿ ਕਬਰਾਂ ਵਿੱਚ ਵੇਖਦੀ ਫਿਰਦੀ ਹੈ, ਸਿਕੰਦਰ ਦੀ ਕਬਰ ਲੱਭ ਜਾਏ। ਉਹਨੇ ਆਖਿਆ, ਇੱਥੇ ਲੱਖ ਸਿਕੰਦਰ ਹੋ ਗਏ, ਤੂੰ ਰੋਂਦੇ ਕਿਹੜੀ ਨੂੰ, ਕਿਹੜੇ ਨੂੰ ਰੋਂਦੀ ਹੈ। ਇੱਥੇ ਲੱਖਾਂ ਹੋ ਕੇ ਚਲੇ ਗਏ। ਕਈ ਸਿਕੰਦਰ ਆਏ ਚਲੇ ਗਏ, ਪਰ ਨਿਰੰਕਾਰ ਕਿਉਂਕਿ ਜਾਣਾ ਨਹੀਂ, ਮਿਟਣਾ ਨਹੀਂ, ਸਦਾ ਤੋਂ ਹੈ, ਸਦਾ ਰਹੇਗਾ। ਉਸ ਦਾ ਨਾਮ ਵੀ ਅਟਲ ਹੈ। ਜਿੰਨੇ ਕੁ ਨਾਮ ਅਸੀਂ ਲੈਂਦੇ ਹਾਂ, ਇਹ ਬਹੁਤ ਛੋਟੇ ਨੇ। ਕਿਰਤਮ ਨਾਮ ਕਥੇ ਤੇਰੇ ਜਿਹਬਾ। ਜ਼ਬਾਨ ਕੇਵਲ ਉਹਦੇ ਇੱਕ ਗੁਣ ਨੂੰ ਦੇਖ ਕੇ ਆਖ ਦੇਗੀ, ਰਮਿਆ ਹੈ ਉਹ ਰਾਮ ਹੈ, ਰਹਿਮਤ ਕਰਦਾ ਹੈ ਉਹ ਰਹੀਮ ਹੈ। ਇਹ ਕੇਵਲ ਸਾਡੀ ਸੂਚਨਾ ਦਿੰਦੇ ਨੇ ਕਿ ਸਾਡੀ ਸਮਝ ਇੱਥੇ ਤੱਕ ਹੈ, ਪਰ ਉਹ ਅਕਥ ਹੈ। ਉਸ ਦਾ ਨਾਮ ਕਥਨੀ ਤੋਂ ਪਰੇ ਹੈ, ਪਰ ਇਸ ਦਾ ਅਰਥ ਇਹ ਨਹੀਂ ਕਿ ਕਥਨੀ ਕਰਨੀ ਨਹੀਂ, ਆਨੰਦ ਲੈਣਾ ਹੈ ਜਿੰਨਾ ਲੈ ਸਕੀਏ। ਇਸ ਲਈ ਵਾਹਿਗੁਰੂ ਸ਼ਬਦ ਦਿੱਤਾ ਗਿਆ। ਵਾਹ ਕੋਈ ਨਾਮ ਨਹੀਂ, ਉਹਦੇ ਵਿੱਚ ਸੂਚਨਾ ਹੈ ਕਿ ਜਿੱਥੇ ਸਾਰੀ ਬੁੱਧੀ ਜਵਾਬ ਦੇ ਜਾਏ, ਉਸ ਤੋਂ ਪਰੇ ਹੈ ਤੂੰ। ਵਾਹ, ਅਸਚਰਜ ਹੈ। ਸਤ ਨਾਮ ਉਹ ਅਟਲ ਰਹਿਣ ਵਾਲਾ ਹੈ, ਆਪ ਉਸ ਦਾ ਨਾਮ ਵੀ ਸਦਾ ਅਟਲ ਰਹਿਣ ਵਾਲਾ ਹੈ। ਕਰਤਾ ਪੁਰਖ, ਸਾਰੀ ਸ੍ਰਿਸ਼ਟੀ ਦਾ ਰਚਨਹਾਰ, ਕਰਤਾ ਬਣਾਉਣ ਵਾਲਾ ਉਹ ਆਪ ਹੈ। ਉਸੇ ਤੋਂ ਸਭ ਕੁਝ ਉਪਜਿਆ, ਉਹੀ ਚਲਾ ਰਿਹਾ ਹੈ, ਉਸੇ ਦੀ ਰਜ਼ਾ ਵਿੱਚ ਮਿਟ ਜਾਏਗਾ। ਮਤ ਕੋਈ ਸੋਚੇ ਕਿ ਪੈਦਾ ਕੋਈ ਹੋਰ ਕਰਦਾ ਹੈ, ਸੰਭਾਲਦਾ ਕੋਈ ਹੋਰ ਹੈ, ਮਿਟਾਉਂਦਾ ਕੋਈ ਹੋਰ ਹੈ। ਨਹੀਂ, ਉਹ ਇੱਕੋ ਹਸਤੀ ਸ਼ਕਤੀ ਹੈ ਜੋ ਪੈਦਾ ਕਰਨ ਵਾਲੀ, ਕਰਤਾ ਪੁਰਖ। ਉਹ ਸ਼ਕਤੀਆਂ ਦਾ ਮਾਲਕ, ਵਿਆਪਕ ਆਪ ਹੈ। ਸਾਰੇ ਪੈਦਾ ਕਰਕੇ ਸਾਰਿਆਂ ਵਿੱਚ ਰਮਿਆ ਹੋਇਆ ਆਪ ਹੈ। ਹਸਤੀ ਵਾਲਾ ਉਹੀ ਆਪ ਨਿਰੰਕਾਰ ਹੈ। ਨਿਰਭਉ, ਉਸ ਨੂੰ ਕਿਸੇ ਦਾ ਕੋਈ ਡਰ ਨਹੀਂ। ਮੋਟੇ ਤੌਰ 'ਤੇ ਦੋ ਕਾਰਨਾਂ ਕਰਕੇ ਮਨੁੱਖ ਡਰਦਾ ਹੈ। ਇੱਕ ਤਾਂ ਉਸ ਵੇਲੇ ਡਰਦਾ ਹੈ ਜਦੋਂ ਕੋਈ ਗੁਨਾਹ ਕਰ ਬਹਿੰਦਾ ਹੈ, ਪਾਪ ਕਰ ਲਿਆ ਹੈ, ਅਤੇ ਹੁਣ ਡਰ ਵੀ ਲੱਗਦਾ ਹੈ ਭੇਦ ਨਾ ਖੁੱਲ੍ਹ ਜਾਏ। ਸੋ ਡਰ ਹੈ ਜੇ ਪਾਪ ਕਮਾਉਣ ਦਾ, ਧਰਮੀ ਵਿਗਸੇਤ, ਇਹ ਗੁਰਬਾਣੀ ਦਾ ਫਰਮਾਨ ਹੈ। ਧਰਮੀ ਪੁਰਸ਼ ਕਿਉਂ ਅਨੰਤ ਨੇ, ਪਾਪ ਕਰਨਾ ਨਹੀਂ, ਡਰ ਕੋਈ ਨਹੀਂ। ਦੂਜਾ ਡਰ ਹੈ ਆਪਣੇ ਤੋਂ ਤਾਕਤਵਰ ਦਾ, ਅਤੇ ਪ੍ਰਭੂ ਤੋਂ ਤਾਕਤਵਰ ਕੌਣ। ਨਾ ਉਹ ਗੁਨਾਹ ਕਰੇ, ਨਾ ਉਸ ਤੋਂ ਕੋਈ ਸ਼ਕਤੀ ਵਾਲਾ ਹੋਰ। ਆਪ ਸਾਰੀਆਂ ਸ਼ਕਤੀਆਂ ਵੰਡਣ ਵਾਲਾ ਮਾਲਕ, ਭਉ ਤੋਂ ਮੁਕਤ ਹੈ। ਨਿਰਵੈਰ ਵੀ ਹੈ ਉਹ, ਨਿਰਭਉ ਦੇ ਨਾਲ ਨਿਰਵੈਰ ਹੈ। ਉਸ ਦਾ ਕਿਸੇ ਨਾਲ ਵੈਰ ਨਹੀਂ। ਤੂੰ ਸਾਂਝਾ ਸਾਹਿਬ ਬਾਪ ਹਮਾਰਾ, ਮਾਲਕ ਤੂੰ ਸਾਡਾ ਸਾਰਿਆਂ ਦਾ ਬਾਪ ਹੈ। ਅਤੇ ਬਾਪ ਆਪਣੇ ਬੱਚਿਆਂ ਨਾਲ ਵੈਰ ਥੋੜ੍ਹੀ ਕਮਾਏਗਾ। ਜਿਸ ਕਾਦਰ ਨੇ ਕੁਦਰਤ ਰਚੀ ਹੈ, ਉਹ ਕੁਦਰਤ ਦੇ ਨਾਲ ਵੈਰ ਥੋੜ੍ਹੀ ਕਮਾਏਗਾ। ਹੋਰ ਤਾਂ ਕੁਝ ਹੈ ਨਹੀਂ, ਸਾਰਾ ਉਸੇ ਦਾ ਹੈ। ਉਸ ਦਾ ਕਿਸੇ ਨਾਲ ਕੋਈ ਵੈਰ ਨਹੀਂ। ਲੱਖ ਲੋਕ ਉਸ ਦੇ ਖਿਲਾਫ ਬੋਲਦੇ ਰਹਿਣ। ਕੋਈ ਆਖਦਾ ਹੈ ਨਾਸਤਿਕ, ਪਰਮਾਤਮਾ ਹੈ ਹੀ ਨਹੀਂ। ਕੋਈ ਕਹਿੰਦਾ ਹੈ ਕਿੱਥੇ ਹੈ ਦਿਖਾਓ, ਕੋਈ ਕੁਝ ਆਖਦਾ ਹੈ। ਪਰਮਾਤਮਾ ਨੂੰ ਕੀ ਫਰਕ ਪੈਂਦਾ ਹੈ। ਸਾਡੇ ਅੰਦਰ ਕੋਈ ਈਰਖਾ, ਦਵੈਖ ਜਾਂ ਵੈਰ ਦੀ ਭਾਵਨਾ ਲੱਖ ਵਾਰੀ ਹੋਵੇ, ਨਿਰੰਕਾਰ ਅੰਦਰ ਨਹੀਂ। ਉਹ ਕਦੀ ਨਾਸਤਿਕਾਂ ਦਾ ਵੀ ਵਿਰੋਧ ਕਰਨ ਲਈ ਥੋੜ੍ਹੀ ਆਇਆ ਹੈ ਕੋਈ ਰੂਪ ਧਾਰਨ ਕਰਕੇ।
ਹਾਂ, ਕੁਦਰਤ ਵਿੱਚ ਸਬਕ ਮਿਲਦੇ ਰਹਿੰਦੇ ਨੇ। ਉਹ ਨਿਰਵੈਰ ਹੀ ਹੈ, ਕਾਲ ਦੇ ਅਧੀਨ ਨਹੀਂ, ਅਕਾਲ ਮੂਰਤ। ਉਹ ਹਸਤੀ ਦਾ ਮਾਲਕ, ਕਾਲ ਤੋਂ ਮੁਕਤ ਹੈ। ਸੰਸਾਰ ਦਾ ਹਰ ਆਕਾਰ ਜੋ ਵੀ ਦਿਸਦਾ ਹੈ ਮਿਟੇਗਾ। ਉਹ ਕਾਲ ਦੇ ਅਧੀਨ ਹੈ। ਕਾਲ ਦਾ ਇੱਕ ਅਰਥ ਹੁੰਦਾ ਹੈ ਸਮਾਂ, ਤੇ ਦੂਜਾ ਹੈ ਮੌਤ। ਸਮਾਂ ਤੇ ਮੌਤ ਕੋਈ ਅਲੱਗ ਅਲੱਗ ਨਹੀਂ। ਸਮਾਂ ਹਰ ਪਲ ਤੁਰਿਆ ਜਾ ਰਿਹਾ ਹੈ, ਮਿਟ ਰਿਹਾ ਹੈ। ਗੱਲ ਸ਼ੁਰੂ ਕੀਤੀ, ਕਥਾ ਮੈਂ ਅੱਜ ਸ਼ੁਰੂ ਕੀਤੀ, ਤੇ ਹੁਣ ਤੱਕ ਕਿੰਨਾ ਸਮਾਂ ਮਰ ਚੁੱਕਾ ਹੈ, ਲੰਘ ਗਿਆ। ਨਾ ਮੈਂ ਉਸ ਨੂੰ ਵਾਪਸ ਲਿਆ ਸਕਦਾ ਹਾਂ, ਨਾ ਮੈਂ ਇਸ ਸਮੇਂ ਨੂੰ ਰੋਕ ਸਕਦਾ ਹਾਂ। ਇਹ ਮੌਤ ਦੀ ਘਟਨਾ ਹੀ ਹੈ। ਭਾਈ ਵੀਰ ਸਿੰਘ ਜੀ ਨੇ ਠੀਕ ਆਖਿਆ, ਰਹੀ ਵਾਸਤੇ ਘੱਤ ਸਮੇਂ ਨੇ ਇੱਕ ਨਾ ਮੰਨੀ, ਫੜ ਫੜ ਰਹੀ ਧਰੀਕ ਸਮੇਂ ਖਿਸਕਾਈ ਕੰਨੀ, ਕਿਵੇਂ ਨਾ ਸਕੀ ਰੋਕ ਅਟਕ ਜੋ ਪਾਈ ਭੰਨੀ, ਤ੍ਰਿਖੇ ਆਪਣੇ ਵੇਗ ਗਿਆ ਟੱਪ ਬੰਨੋ ਬੰਨੀ। ਹੋ, ਹਾਂ, ਪ੍ਰੇਰਨਾ ਕਰਦੇ ਨੇ ਉਹ, ਹੋ ਅਜੇ ਸੰਭਾਲ ਇਸ ਸਮੇਂ ਨੂੰ, ਕਰ ਸਫਲ ਲੰਘਦਾ ਜਾਮਦਾ, ਇਹ ਠਹਿਰ ਨਿਜਾਤ ਨਾ ਜਾਣਦਾ, ਲੰਘ ਗਿਆ ਨਾ ਮੁੜ ਕੇ ਆਮਦਾ। ਨਾ ਰੁਕਦਾ ਹੈ, ਨਾ ਵਾਪਸ ਪਰਤਦਾ ਹੈ। ਇਹ ਮੌਤ ਹੀ ਹੈ। ਕਾਲ ਦਾ ਇੱਕ ਅਰਥ ਅਸੀਂ ਮੌਤ ਵੀ ਕਰਦੇ ਹਾਂ। ਨਿਰੰਕਾਰ ਨਾ ਸਮੇਂ ਦੇ ਅਧੀਨ ਹੈ, ਨਾ ਕਾਲ ਦੇ ਅਧੀਨ ਹੈ, ਸਦਾ ਤੋਂ ਹੈ, ਸਦਾ ਰਹੇਗਾ। ਉਸੇ ਦੀ ਹੀ ਸ਼ਕਲ ਸਾਰਿਆਂ ਵਿੱਚ ਵਰਤ ਰਹੀ ਹੈ। ਬਾਹਰ ਦੇ ਆਕਾਰ ਅਲੱਗ ਅਲੱਗ ਦਿਖਾਈ ਦੇਣ, ਪਰ ਅੰਦਰ ਆਪ ਹੀ ਬੈਠਾ ਹੋਇਆ ਹੈ। ਇਸੇ ਲਈ ਸਾਰੀਆਂ ਸ਼ਕਲਾਂ ਉਸੇ ਦੀਆਂ ਨੇ। ਸਹਿਸ ਮੂਰਤ ਨਨਾ ਇੱਕ ਤੋਂ ਹੀ, ਤੇਰੀ ਕੋਈ ਵੀ ਮੂਰਤ ਨਹੀਂ, ਪਰ ਸਾਰੀਆਂ ਹੀ ਤੇਰੀਆਂ ਨੇ। ਤੂੰ ਕਾਲ ਦੇ ਅਧੀਨ ਨਹੀਂ, ਉਹ ਹੈ ਤੇਰੀ ਅਸਲੀਅਤ ਦੀ ਮੂਰਤੀ। ਅਜੂਨੀ, ਜੂਨੀਆਂ ਵਿੱਚ ਭਟਕਣ ਵਾਲਾ ਨਹੀਂ, ਜੰਮਣ ਮਰਨ ਤੋਂ ਮੁਕਤ, ਸਹਿ ਭੰਗ, ਆਪਣੇ ਆਪ ਤੋਂ ਪ੍ਰਕਾਸ਼ਮਾਨ। ਸਾਡੇ ਪੈਦਾ ਹੋਣ ਲਈ ਕੋਈ ਸਾਧਨ ਚਾਹੀਦਾ ਹੈ। ਕੋਈ ਅੰਡੇ ਤੋਂ ਪੈਦਾ ਹੋਇਆ, ਕੋਈ ਜ਼ੇਰ ਤੋਂ, ਕੋਈ ਪਸੀਨੇ ਤੋਂ, ਕੋਈ ਪ੍ਰਿਥਵੀ ਤੋਂ। ਲੇਕਿਨ ਨਿਰੰਕਾਰ ਜੂਨੀਆਂ ਦਾ ਗੁਲਾਮ ਨਹੀਂ, ਸਦਾ ਤੋਂ ਹੈ, ਸਦਾ ਰਹੇਗਾ। ਸਹਿ ਭੰਗ, ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਉਹ ਪ੍ਰਭੂ, ਆਪਣੇ ਆਪ ਤੋਂ ਆਪ ਉਪਜਿਆ। ਇਸ ਦਾ ਮਤਲਬ ਸਦੀਵੀ ਹੈ, ਗੁਰਪ੍ਰਸਾਦ। ਉਸ ਮਹਾਨ ਸ਼ਕਤੀ ਨਾਲ ਉਹਦੇ ਗੁਣ ਸੁਣ ਕੇ ਜੇ ਜੁੜਨ ਦਾ ਦਿਲ ਬਣ ਆਵੇ, ਭਾਵਨਾ ਬਣ ਜਾਵੇ, ਤਾਂ ਸਤਿਗੁਰੂ ਜੀ ਨੇ ਆਖਰੀ ਸ਼ਬਦਾਂ ਵਿੱਚ ਉਸ ਵੱਡੇ ਦੀ ਕਿਰਪਾ ਪਾਉਣ ਲਈ ਸਾਨੂੰ ਗੁਰੂ ਦੀ ਕਿਰਪਾ ਪ੍ਰਾਪਤ ਕਰਨ ਦੀ ਜੁਗਤ ਸਮਝਾਈ ਹੈ। ਗੁਰੂ ਦੀ ਕਿਰਪਾ ਪ੍ਰਾਪਤ ਕਰਨ ਦਾ ਵਸੀਲਾ ਇੱਕ ਹੀ ਹੈ ਭਾਈ। ਮਤ ਅਸੀਂ ਸੋਚੀਏ ਗੁਰਦੁਆਰੇ, ਮੰਦਰ, ਮਸਜਿਦ ਮੈਂ ਰੋਜ਼ ਜਾਂਦਾ ਹਾਂ, ਨੱਕ ਰਗੜਦਾ ਹਾਂ, ਮੱਥਾ ਟੇਕਦਾ ਹਾਂ, ਭੇਟਾ ਵੀ ਪੈਸਾ ਚੜਾ ਆਉਂਦਾ ਹਾਂ, ਪਰ ਕਦੀ ਸੋਚਿਆ ਜਿਸ ਵੇਲੇ ਸਿਰ ਝੁਕਾਉਂਦੇ ਹਾਂ ਉਹਦਾ ਅਰਥ ਕੀ ਹੈ? ਅਰਥ ਇਹ ਹੈ, ਅੱਜ ਤੋਂ ਆਪਣੀ ਮੱਤ ਮੈਂ ਇੱਥੇ ਛੱਡ ਦਿੱਤੀ, ਅਤੇ ਆਪ ਜੀ ਜੋ ਬੁੱਧੀ ਬਖਸ਼ੋਗੇ, ਜੋ ਮੱਤ ਦਿੰਦੇ ਹੋ, ਉਸ ਨੂੰ ਇਸ ਦਿਮਾਗ ਵਿੱਚ ਵਸਾਉਂਦਾ ਹਾਂ, ਇਹ ਪ੍ਰਣ ਕਰਦਾ ਹਾਂ, ਔਰ ਉਸੇ ਦੇ ਮੁਤਾਬਕ ਜੀਵਨ ਜੀਵਾਂਗਾ। ਜਿਸ ਨੇ ਇਉਂ ਕਰ ਲਿਆ ਉਸ ਦਾ ਮੱਥਾ ਟੇਕਣਾ ਮੁਬਾਰਕ ਹੈ, ਸਫਲ ਹੋ ਗਿਆ। ਉਸਨੇ ਗੁਰੂ ਦੀ ਕਿਰਪਾ ਪ੍ਰਾਪਤ ਕਰ ਲਈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ, ਗੁਰੂ ਐਸਾ ਤਾਂ ਨਹੀਂ ਵੀ ਕਿਸੇ ਇੱਕ 'ਤੇ ਕਿਰਪਾ ਕਰੇ, ਦੂਜੇ 'ਤੇ ਨਾ ਕਰੇ। ਨਹੀਂ ਨਹੀਂ, ਪਰਮਾਤਮਾ ਅਤੇ ਗੁਰੂ ਸਭਨਾਂ 'ਤੇ ਕਿਰਪਾਲੂ ਹਨ। ਪਰ ਇਉਂ ਹੀ ਹੈ ਜਿਵੇਂ ਸੂਰਜ ਬਾਹਰ ਨਿਕਲੇ, ਅਸੀਂ ਖਿੜਕੀਆਂ ਦਰਵਾਜ਼ੇ ਬੰਦ ਕਰਕੇ, ਪਰਦੇ ਲਗਾ ਕੇ ਅੰਦਰ ਹਨੇਰੇ ਵਿੱਚ ਬੈਠੇ ਰਹੀਏ। ਸੂਰਜ ਆਪਣੀ ਰੌਸ਼ਨੀ ਵੰਡ ਰਿਹਾ ਹੈ, ਪਰ ਅਸੀਂ ਨਹੀਂ ਪ੍ਰਾਪਤ ਕਰਦੇ। ਕਸੂਰ ਸਾਡਾ ਹੈ। ਗੁਰੂ ਮੱਤ ਦਿੰਦਾ ਹੈ। ਨੱਕ ਰਗੜਨ ਨਾਲੋਂ ਵੱਡੀ ਗੱਲ ਹੈ ਮੱਤ ਲੈਣੀ। ਇਸ ਲਈ ਮੱਤ ਵੱਲ ਖਿਆਲ ਦਈਏ, ਗੁਰਮੱਤ ਪ੍ਰਾਪਤ ਕਰੀਏ। ਸਮਝੋ, ਜਿਸ ਨੇ ਮੱਤ ਪ੍ਰਾਪਤ ਕਰ ਲਈ ਉਸਨੇ ਕਿਰਪਾ ਪ੍ਰਾਪਤ ਕਰ ਲਈ। ਮੱਤ ਵਿੱਚ ਹੀ ਤਾਂ ਗੁਰੂ ਦੀ ਕਿਰਪਾ ਹੈ। ਉਸਨੇ ਸਿੱਧੇ ਰਾਹ ਪਾ ਦਿੱਤਾ, ਜੀਵਨ ਸੁਖਾਲਾ ਹੋ ਗਿਆ। ਇਸ ਲਈ ਨਿਰੰਕਾਰ ਨਾਲ ਜੁੜਨਾ ਹੈ, ਜ਼ਿੰਦਗੀ ਸਫਲ ਬਣਾਉਣੀ ਹੈ, ਤਾਂ ਗੁਰੂ ਦੀ ਕਿਰਪਾ ਵੱਲ ਧਿਆਨ ਦਿਓ। ਗੁਰੂ ਦੀ ਕਿਰਪਾ ਵੱਲ ਧਿਆਨ ਦੇਣ ਤੋਂ ਭਾਵ ਹੈ
ਗੁਰੂ ਦੀ ਮੱਤ ਹਾਸਲ ਕਰਕੇ ਉਸ ਦੇ ਮੁਤਾਬਕ ਅਸੀਂ ਜੀਵਨ ਜੀਵੀਏ। ਵਾਹਿਗੁਰੂ ਜੀ ਕਿਰਪਾ ਕਰਨ, ਸਾਨੂੰ ਇਹ ਤੌਫੀਕ ਸਮਰੱਥਾ ਬਖਸ਼ਿਸ਼ ਕਰਨ। ਅੰਤ ਵਿੱਚ ਮੈਂ ਆਪ ਜੀ ਨੂੰ ਬੇਨਤੀ ਵਿਸ਼ੇਸ਼ ਤੌਰ 'ਤੇ ਕਰਨੀ ਚਾਹੁੰਦਾ ਹਾਂ। YouTube ਵਿੱਚ ਜਦੋਂ ਆਪ YouTube ਰਾਹੀਂ ਇਸ ਵੀਡੀਓ ਨੂੰ ਦੇਖਦੇ ਹੋ, ਸੰਪੂਰਨ ਕਥਾ ਸਰਵਣ ਕਰੋ, ਕਰਕੇ ਇੱਥੇ ਨਾ ਰੁਕ ਜਾਣਾ। ਇਹ ਸਾਡੀ ਰਿਕੁਐਸਟ ਹੈ, ਬੇਨਤੀ ਹੈ ਹੱਥ ਜੋੜ ਕੇ, ਕਿ ਇਸ ਪ੍ਰਚਾਰ ਵਿੱਚ ਹਿੱਸਾ ਪਾਉਣਾ ਹੈ। ਉਹ ਹਿੱਸਾ ਪਾਉਣ ਦਾ ਤਰੀਕਾ ਹੈ, ਜਿੰਨਾ ਤੁਹਾਡਾ ਸਰਕਲ ਹੈ ਉਹਨਾਂ ਸਭਨਾਂ ਨੂੰ ਸ਼ੇਅਰ ਕਰ ਦਿਓ ਅਤੇ ਪ੍ਰੇਰਨਾ ਕਰੋ ਕਿ ਉਹ ਵੀ ਜ਼ਰੂਰ ਗੁਰਬਾਣੀ ਵਿਚਾਰ ਨਾਲ ਜੁੜਨ। ਹੋਰ ਸੁਧਾਰ ਕਰਨ ਲਈ, ਇੰਪਰੂਵਮੈਂਟ ਲਈ ਕੋਈ ਕਮੈਂਟਸ ਦੇਣਾ ਚਾਹੋ, ਸਵਾਗਤ ਹੈ। ਅਤੇ ਇਸ ਤੋਂ ਇਲਾਵਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ। ਸਾਨੂੰ ਵੀ ਪਤਾ ਲੱਗੇਗਾ ਕਿ ਇੰਨੀਆਂ ਸੰਗਤਾਂ ਅੰਦਰ ਉਤਸ਼ਾਹ ਹੈ। ਇਹ ਲੜੀ ਆਪ ਜੀ ਤੱਕ ਪਹੁੰਚਦੀ ਰਹੇਗੀ। ਵਾਹਿਗੁਰੂ ਜੀ ਕਿਰਪਾ ਕਰਨ। ਅਰਦਾਸ ਵੀ ਕਰਿਓ ਕਿ ਵਾਹਿਗੁਰੂ ਬਲ ਬਖਸ਼ੇ, ਤੰਦਰੁਸਤੀ ਦੇਵੇ, ਬੁੱਧੀ ਦੇਵੇ ਅਤੇ ਰਹਿਮਤ ਕਰਕੇ ਸੇਵਾ ਪੂਰੀ ਕਰਵਾ ਲਵੇ। ਅੰਤ ਵਿੱਚ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।